ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਸਤਪਾਲ ਸਿੰਘ ਜੌਲ ਜੀ ਦੇ ਨਾਲ ਜੋ ਕੁਝ ਅਹਿਮ ਨਿਊਜ਼ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਐਂਡ ਆਈ ਥਿੰਕ ਆਲ ਦ ਨਿਊਜ਼ ਅੱਜ ਕਵਰ ਕਰਾਂਗੇ ਕਾਫੀ ਇੰਪੋਰਟੈਂਟ ਨੇ। ਪਹਿਲਾਂ ਤਾਂ ਆਪਾਂ ਜੌਲ ਸਾਹਿਬ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਗੁੱਡ ਮਾਰਨਿੰਗ। ਜੌਲ ਸਾਹਿਬ ਆਓ ਫਿਰ ਕੁਝ ਖਾਸ ਖਬਰਾਂ ਦੇ ਵੱਲ ਧਿਆਨ ਮਾਰੀਏ ਜੋ ਕਿ ਕੱਲ ਕਈਆਂ ਨੂੰ ਰਾਹਤ ਮਿਲੀ ਸੀ ਸਾਡੇ ਟਰੱਕਰ ਵੀਰਾਂ ਨੂੰ ਕਿ ਚਲੋ ਸ਼ੁਕਰ ਹੈ ਥੋੜ੍ਹਾ ਜਿਹਾ ਸਾਨੂੰ ਟਾਈਮ ਮਿਲ ਗਿਆ ਜੀ ਵੈਕਸੀਨ ਦਾ, ਪਰੰਤੂ ਕੈਨੇਡਾ ਸਰਕਾਰ ਨੇ ਕਿਹਾ ਨੋ ਟੂ ਟਰੱਕਰਸ। ਕੈਨੇਡਾ ਐਂਡ USA ਟਰੱਕਰਸ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਨੇ ਕੱਲ ਤੋਂ ਐਂਡ ਟੂ ਕ੍ਰਾਸ ਦ ਬੋਰਡਰ USA ਐਂਡ ਕੈਨੇਡਾ ਫ੍ਰੀਲੀ। ਜੇ ਨਹੀਂ ਤਾਂ ਫਿਰ ਉਹਨਾਂ ਨੂੰ ਜੇ ਵਾਪਸ USA ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਫਿਰ 2 ਹਫ਼ਤੇ ਦੀ ਕੁਆਰੰਟੀਨ ਕਰਨੀ ਪਵੇਗੀ। ਬਿਲਕੁਲ ਹਰਸ਼, ਹੁਣ ਜਿਹੜਾ ਇਹ ਸਖਤ ਸਟੈਂਡ ਹੈ ਆਲਮੋਸਟ ਲਾਈਕ ਵੀ ਉਹਨਾਂ ਨੇ ਕਲੈਰੀਫਾਈ ਕੀਤਾ ਫੈਡਰਲ ਗਵਰਨਮੈਂਟ ਨੇ ਕਿ ਜੋ ਕੱਲ CBSA ਦੇ ਹਵਾਲੇ ਦੇ ਨਾਲ ਨਿਊਜ਼ ਆ ਜਿਹੜੀ ਉਹ ਆਈ ਸੀ ਪਈ ਉਹ ਐਰਰ ਸੀ, ਮਤਲਬ ਕਿ ਉਹ ਗਲਤੀ ਨਾਲ ਸੀਗੀ ਦਿੱਤੀ ਹੋਈ ਸਰਕਾਰੀ ਤੌਰ ਤੇ। ਵੀ ਹੁਣ ਜਾਣੀ ਕਿ ਇਹੀ ਆ ਵੀ ਕੱਲ ਨੂੰ 15 ਜਨਵਰੀ ਆ ਜਾਂ ਕਹ ਲਓ ਵੀ ਅੱਜ ਰਾਤ ਤੋਂ ਹੀ ਵੀ ਜਿਹੜੇ ਟਰੱਕਰ ਜਾਣੀ ਕਿ ਵੀ US ਸਾਈਡ ਤੋਂ ਕੈਨੇਡਾ 'ਚ ਐਂਟਰ ਹੋਣਾ ਚਾਹੁਣਗੇ ਲੈਂਡ ਬੋਰਡਰ ਤੋਂ, ਉਹਨਾਂ ਨੂੰ ਫਿਰ ਆਪਣਾ ਵੈਕਸੀਨੇਸ਼ਨ ਦਾ ਪ੍ਰੂਫ ਆ ਜਿਹੜਾ ਜੀ ਵੀ ਦੇਣਾ ਪਊਗਾ। ਵੀ ਮਤਲਬ ਜਿਹੜੇ ਡੇਲੀ ਅਪ ਡਾਊਨ ਕਰਦੇ ਨੇ ਉਹਨਾਂ ਨੂੰ ਤਾਂ ਫਿਰ ਅੱਜ ਹੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਰਾਤ ਨੂੰ ਵਾਪਸ ਨਹੀਂ ਆ ਸਕਣਗੇ। ਜੀ ਆ ਤਾਂ ਸਕਣਗੇ ਪਰ ਉਹਨਾਂ ਨੂੰ ਜਾਣੀ ਕਿ 2 ਹਫ਼ਤੇ ਫਿਰ ਜਿਹੜਾ ਕੁਆਰੰਟੀਨ ਕਰਨਾ ਪਵੇਗਾ ਜੀ। ਅੱਛਾ, ਹੁਣ ਇਹਦੇ ਵਿੱਚ ਇਹ ਆ ਨਾ ਜੀ ਵੀ ਜਿਹੜਾ ਜਾਣੀ ਟਰੱਕਿੰਗ ਐਸੋਸੀਏਸ਼ਨ ਜਾਂ ਬਾਕੀ ਸਾਰਾ ਜਿੰਨਾ ਵੀ ਆਪਾਂ ਨੂੰ ਆਰਗੂਮੈਂਟ ਸੁਣਨ ਨੂੰ ਮਿਲ ਰਿਹਾ ਸੀਗਾ ਵੀ 15-16 ਹਜ਼ਾਰ ਜਾਂ 23 ਹਜ਼ਾਰ ਤੱਕ ਡਰਾਈਵਰ ਆ ਜਿਹੜੇ ਜੀ ਉਹ ਨਹੀਂ ਵੈਕਸੀਨੇਟ ਹੋਏ ਉਹ, ਪਰ ਪਿਛਲੇ 2 ਸਾਲਾਂ ਦੇ ਦੌਰਾਨ ਉਹਨਾਂ ਨੇ ਜਿਹੜਾ ਜੀ ਸਪਲਾਈ ਚੇਨ ਨੂੰ ਮੇਨਟੇਨ ਕਰਕੇ ਰੱਖਿਆ, ਇਸ ਲਈ ਸਭ ਦਾ ਬਹੁਤ ਧੰਨਵਾਦ ਹੈ ਨਾ ਜੀ। ਪਰ ਹੁਣ ਦੂਸਰੇ ਪਾਸੇ ਇਸ ਜਿੱਥੇ ਆਪਾਂ ਸਿਸਟਮ 'ਚ ਰਹਿੰਦੇ ਹਾਂ ਵੀ ਸਾਇੰਸ ਦੇ ਵਿੱਚ ਵਿਸ਼ਵਾਸ ਹੈ, ਡਾਕਟਰਸ ਦੀ ਗੱਲ ਮੰਨਦੇ ਹਾਂ, ਬਿਮਾਰ ਹੋ ਕੇ ਵੀ ਤਾਂ ਉਹਨਾਂ ਦੀ ਮੰਨਦੇ ਆ ਜੀ। ਤੇ ਵੀ 2 ਸਾਲ ਜਾਂ ਆਹ ਸਾਲ ਸਵਾ ਸਾਲ ਜਾਣੀ ਟੀਕੇ ਲੱਗਦਿਆਂ ਨੂੰ ਹੋ ਗਿਆ ਵੀ ਇਨਫ ਸੀਗਾ ਹਰ ਭੈਣ ਭਰਾ ਦੇ ਲਈ ਵੀ ਵੈਕਸੀਨੇਟ ਜੇ ਹੋਣਾ ਚਾਹਿਆ ਹੁੰਦਾ ਹਨਾ। ਸੋ ਵੀ ਜੇ ਹੁਣ ਜਾਣੀ ਕਿ ਨਹੀਂ ਕੋਈ ਵੈਕਸੀਨੇਟ ਦਾ ਮਤਲਬ ਇਹੀ ਆ ਵੀ ਉਹਨੂੰ ਸਾਇੰਸ ਦੀ ਗੱਲ, ਉਹਨਾਂ ਨੂੰ ਡਾਕਟਰਸ ਦੀ ਗੱਲ ਜਿਹੜੀ ਆ ਸਰਕਾਰਾਂ ਦੀ ਗੱਲ ਪਸੰਦ ਨਹੀਂ ਹੈਗੀ। ਤੇ ਵੀ ਨਾਲ ਹੀ ਵੀ ਜਦੋਂ ਹੁਣ ਆਪਾਂ ਦੇਖ ਵੀ ਰਹੇ ਹਾਂ ਵੀ ਹੋਸਪਿਟਲ ਦੇ ਨੰਬਰ ਦੱਸਦੇ ਆ ਵੀ ਜਦੋਂ ਇਹ ਜਾ ਕੇ ਹੋਸਪਿਟਲ ਦੇ ਵਿੱਚ ਫਿਰ ਅੱਧੇ ਤੋਂ ਜ਼ਿਆਦਾ ਪੇਸ਼ੈਂਟ ਅਨਵੈਕਸੀਨੇਟਡ ਹੁੰਦੇ ਆ ਨਾ। ਬਿਲਕੁਲ। ਤੇ ਜੇ ਆਪਾਂ ਉੱਦਾਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਤੇ ਫਿਰ ਫੇਫੜੇ ਜਾਮ ਹੋਣ ਤੋਂ ਬਾਅਦ ਉਹਨਾਂ ਦਾ ਚੇਤਾ ਕਿੱਦਾਂ ਆ ਜਾਂਦਾ ਵੀ ਉੱਥੇ ਮੁਫ਼ਤ ਵਿੱਚ ਜਾ ਕੇ ਅਸੀਂ ਲੰਮੇ ਪੈ ਜਾਈਏ। ਹੁਣ ਇਹ ਅੱਜ ਵੀ ਜੇ ਹੁਣ ਸਪਲਾਈ ਚੇਨ ਜਿਹੜੀ ਬੜੀ ਕ੍ਰਿਟੀਕਲ ਆ ਵੀ ਮੇਨਟੇਨ ਰਹਿਣੀ ਚਾਹੀਦੀ ਆ, ਲੋਕਾਂ ਨੂੰ ਖਾਣ ਪੀਣ ਨੂੰ ਮਿਲਣਾ। ਬਿਲਕੁਲ ਇਹ ਬਹੁਤ ਵੱਡਾ ਕੰਟਰੀਬਿਊਸ਼ਨ ਆ ਟਰੱਕ ਡਰਾਈਵਰਸ ਦਾ। ਜੀ ਬਿਲਕੁਲ, ਕੋਟ ਨੂੰ ਕੋਟ ਧੰਨਵਾਦ ਹਨਾ। ਪਰ ਹੁਣ ਖਾਣ ਪੀਣ ਦੀਆਂ ਵਸਤਾਂ ਨਾਲੋਂ ਪਹਿਲਾਂ ਪਬਲਿਕ ਦੀ ਹੈਲਥ ਆ ਨਾ ਜਿਹੜੀ ਕਿ ਲੋਕਾਂ ਦੀ ਉਹਦੀ ਪਰਵਾਹ ਕਰਨ ਦੀ ਲੋੜ ਹੁੰਦੀ ਆ। ਵੀ ਜੇ ਹੁਣ ਹਰ ਪ੍ਰਾਣੀ ਨੂੰ ਜਿਹੜਾ ਕਿ ਅਨਵੈਕਸੀਨੇਟਡ ਆ ਵਾਕਈ ਉਹਨੂੰ ਲੋਕਾਂ ਦਾ ਬਹੁਤ ਫਿਕਰ ਆ, ਉਹਨੂੰ ਆਪਣਾ ਬਹੁਤ ਫਿਕਰ ਆ, ਤੇ ਫਿਰ ਲੋਕਾਂ ਨੂੰ ਤੇ 90% ਨੂੰ ਫਿਕਰ ਆ ਵੀ ਪਹਿਲਾਂ ਵੈਕਸੀਨੇਟ ਹੋਈਏ ਜੀ। ਤੇ ਜੇ ਹੁਣ ਅਸੀਂ ਵੈਕਸੀਨੇਟ ਹੋਣ ਨੂੰ ਤਿਆਰ ਨਹੀਂ ਤੇ ਨਾਲ ਕਹੀਏ ਵੀ ਤੁਹਾਡੀ ਸਪਲਾਈ ਚੇਨ ਮੇਨਟੇਨ ਅਸੀਂ ਕੀਤੀ ਹੋਈ ਆ, ਤੇ ਇਹ ਗੱਲ ਦੇ ਵਿੱਚ ਜਿਹੜਾ ਲੌਜਿਕ ਬਹੁਤਾ ਸਟਰੋਂਗ ਲੱਗਦਾ ਨਹੀਂ। ਵੀ ਤੁਸੀਂ ਲੋਕਾਂ ਦਾ ਖਾਣਾ ਪੀਣਾ ਲਿਆ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਇਹਦੇ ਨਾਲ ਉਹਨਾਂ ਲੋਕਾਂ ਨੂੰ ਜਿਹਦੇ ਕਰਕੇ ਤੁਹਾਡੀ ਸਪਲਾਈ ਚੇਨ ਤੁਸੀਂ ਮੇਨਟੇਨ ਕਰ ਰਹੇ ਹੋ ਉਹ ਤੁਹਾਡਾ ਧੰਨਵਾਦ ਵੀ ਕਰ ਰਹੇ ਨੇ ਤੇ ਤੁਹਾਡੀ ਸਿਹਤ ਦਾ ਉਹਨਾਂ ਨੂੰ ਵੀ ਫਿਕਰ ਆ ਵੀ ਤੁਸੀਂ ਠੀਕ ਰਹੋ। ਇਹ ਨਹੀਂ ਗਾ ਕੱਲ ਨੂੰ ਜਦੋਂ ਫੇਫੜੇ ਜਾਮ ਹੋਣ ਤੇ ਫਿਰ ਹੋਸਪਿਟਲ 'ਚ ਲੰਮੇ ਪਈਏ ਤੇ ਫਿਰ ਡਾਕਟਰ ਜੋ ਮਰਜ਼ੀ ਕਰੀ ਜਾਣ, ਇਹ ਸਭ ਕਬੂਲ ਆ। ਸੋ ਇਸ ਕਰਕੇ ਜੇ ਕਿਸੇ ਭੈਣ ਭਰਾ ਨੂੰ ਇਹ ਲੱਗਦਾ ਵੀ ਮੇਰੇ ਕਰਕੇ ਲੋਕਾਂ ਦਾ ਨਹੀਂ ਤੇ ਬਾਅਦ 'ਚ ਕੰਮ ਖੜ ਜਾਊਗਾ, ਇਹ ਦੁਨੀਆ ਧਰਤੀ ਤੇ ਘੁੰਮਦੀ ਰਹੀ ਆ, ਸੰਸਾਰ ਦੇ ਵੱਡੇ ਆਏ ਤੇ ਆ ਕੇ ਚਲ ਗਏ, ਦੁਨੀਆ ਤੇ ਚੱਲਦੀ ਹੀ ਰਹੀ। ਇਹ ਕਿਸੇ ਨਾ ਕਿਸੇ ਰੂਪ 'ਚ ਔਖਾ ਸਮਾਂ ਫਿਰ ਵੀ ਲੰਘ ਜਾਂਦਾ ਹੁੰਦਾ ਹਨਾ ਜੀ। ਸੋ ਇਸ ਕਰਕੇ ਗੱਲ ਇਹ ਸਭ ਤੋਂ ਅਹਿਮ ਅੱਜ ਦੇ ਸਮੇਂ ਦੀ ਸਾਰੀ ਧਰਤੀ ਦੇ ਉੱਤੇ ਇਹੀ ਆ ਵੀ ਪ੍ਰਾਣੀ ਸਾਇੰਸ ਦੀ ਗੱਲ ਮੰਨ ਕੇ, ਡਾਕਟਰਸ ਦੀ ਗੱਲ ਮੰਨ ਕੇ ਵੈਕਸੀਨੇਟ ਹੋ ਜਾਣ ਜੀ। ਬੈਸਟ ਪਬਲਿਕ ਇੰਟਰਸਟ ਦੇ ਵਿੱਚ ਇਸ ਵੇਲੇ ਇਹ ਸਟੈਪ ਆ। ਤੇ ਜੇ ਇਹ ਸਟੈਪ ਕਿਸੇ ਨੇ ਨਹੀਂ ਲਿਆ ਉਦਾਂ ਜਾਣੀ ਕਿ ਵੀ ਉਹਨੂੰ ਹੈ ਵੀ ਮੇਰੀ ਸਰਵਿਸ ਤੋਂ ਬਿਨਾਂ ਇਹਨਾਂ ਦਾ ਕੰਮ ਨਹੀਂ ਚੱਲੂਗਾ, ਤੇ ਉਹ ਫਿਕਰ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਣੀ ਕਿ ਲੱਗ ਰਿਹਾ ਵੀ ਮੋਕਲਾ ਆ। ਤੇ ਸੋ ਸਾਨੂੰ ਸ਼ੁਰੂਆਤ ਅੱਜ ਵੈਕਸੀਨੇਟ ਤੋਂ ਕਰ ਲੈਣੀ ਚਾਹੀਦੀ ਆ, ਆਪਣੇ ਆਪ ਨੂੰ ਟੀਕੇ ਲਵਾ ਕੇ। ਹੁਣ ਤਾਂ ਮਤਲਬ ਆਪਾਂ ਦੇਖ ਰਹੇ ਹਾਂ ਵੀ ਤੁਹਾਡੇ 90% ਦੇ ਆਸ-ਪਾਸ ਲੋਕ ਜੇ ਹੋਏ ਆ ਵੈਕਸੀਨੇਟ, ਬਹੁਤ ਥਿਨ ਮਾਰਜਨ ਮਾਈਨੋਰਿਟੀ ਲੋਕ ਅਜੇ ਨਹੀਂ ਹੋ ਪਾ ਰਹੇ,
ਪਰ ਜਦੋਂ ਹਸਪੀਟਲ ਦੇ ਵਿੱਚ ਉਹਨਾਂ ਦੀ ਹਾਜ਼ਰੀ 50% ਤੋਂ ਜ਼ਿਆਦਾ ਆ ਤੇ ਦਿਸਦਾ ਆ ਵੀ ਆਪਣੇ ਆਪ ਨੂੰ ਵੀ ਉਹ ਖਤਰੇ 'ਚ ਪਾ ਰਹੇ ਨੇ, ਆਪਣੀਆਂ ਫੈਮਲੀਜ਼ ਨੂੰ ਵੀ ਪਾਇਆ ਜਾ ਰਿਹਾ ਜੀ, ਤੇ ਦੇਸ਼ ਨੂੰ ਤਾਂ ਫਿਰ ਪਾਇਆ ਹੀ ਜਾ ਰਿਹਾ ਨੈਚੁਰਲੀ। ਬਿਲਕੁਲ ਬਿਲਕੁਲ ਇਸ ਕਰਕੇ ਦੇਸ਼ ਦੇ ਲੋਕਾਂ ਨੂੰ ਖਾਣਾ ਦੇਣ ਤੋਂ ਪਹਿਲਾਂ ਉਹਨਾਂ ਦੀ ਸਿਹਤ ਦਾ ਖਿਆਲ ਕਰਨ ਦੀ ਲੋੜ ਆ। ਤੇ ਜਿਹੜਾ ਇਹ ਕੰਡੈਂਸ਼ੀਅਸ ਯਾਨੀ ਕਿ ਇਹਨਾਂ ਵਾਇਰਸ ਹੈਗਾ, ਇਹਦੇ ਪ੍ਰਤੀ ਹਰ ਭੈਣ ਭਰਾ ਨੂੰ ਵੈਕਸੀਨੇਟ ਹੋਣ ਦੀ ਲੋੜ ਹੈ ਤੇ ਲੋਕਾਂ ਦੇ ਬਚਾਅ ਦੇ ਹਿੱਤ ਵਿੱਚ ਸਪਲਾਈ ਚੇਨ ਬਹਾਲ ਰੱਖਣ ਨਾਲੋਂ ਪਹਿਲਾਂ ਇਹ ਸਟੈਪ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਣਜੀਤ ਬੋਲਦਾ ਜੀ। ਮੇਰਾ ਨਾ ਪਰਸੋਂ ਮੇਰੀ ਅਪਾਇੰਟਮੈਂਟ ਸੀਗੀ ਤੇ ਬੂਸਟਰ ਦੀ, ਤੇ ਮੈਂ ਪਹਿਲਾਂ ਫਾਈਜ਼ਰ ਲਵਾਇਆ, ਫਿਰ ਹੁਣ ਮਾਡਰਨਾ ਲਵਾਇਆ। ਮੈਂ ਦੇਖਿਆ ਉੱਥੇ ਕੋਈ ਬੰਦਾ ਹੀ ਨਹੀਂ ਸੀਗਾ ਹੋਰ, ਮਤਲਬ ਮੈਂ ਇਕੱਲਾ ਹੀ ਬੰਦਾ ਉੱਥੇ, ਮਤਲਬ ਟੀਕੇ ਲਵਾਉਣ ਵਾਲਾ, ਵੈਕਸੀਨੇਸ਼ਨ ਲੈਣ ਵਾਲਾ, ਤੇ ਮਤਲਬ ਲੋਕ ਜਾਂਦੇ ਹੀ ਨਹੀਂ ਉੱਥੇ, ਮਤਲਬ ਬਹੁਤ ਘੱਟ ਬੰਦੇ ਸੀਗੇ ਮਤਲਬ ਉਸ ਜਗ੍ਹਾ ਤੇ। ਲਗਾਉਣ ਵਾਲੇ ਟੀਕੇ ਕਿੰਨੇ ਜਾਣੇ ਸੀਗੇ। ਹਾਂਜੀ, ਤੋ ਮੇਰੀ ਵੀ ਬੇਨਤੀ ਸਾਰਿਆਂ ਨੂੰ ਵੀ ਜ਼ਰੂਰ ਲਵਾਉਣੇ ਚਾਹੀਦੇ ਟੀਕੇ ਨਾ, ਇਸ ਤਰ੍ਹਾਂ ਤੇ ਫਿਰ ਵੇਸਟੇਜ ਆਫ ਮਨੀ ਹੈ ਨਾ ਗਵਰਨਮੈਂਟ ਦੀ ਵੀ, ਤੁਸੀਂ ਜਾਓ ਹੀ ਨਾ ਦੇ। ਜੀ ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਬਿਲਕੁਲ ਜਵਾਬ ਸਾਹਿਬ ਜੀ। ਅੱਛਾ, ਜਦੋਂ ਇਹ ਦੇਖੋ ਵੀ ਉਸ ਵੇਲੇ ਮਨੀ ਫਿਰ ਸਾਨੂੰ ਗਵਰਨਮੈਂਟ ਦੀ ਵੇਸਟ ਕਰਨਾ ਯਾਦ ਆ ਜਾਂਦਾ ਜਦੋਂ ਫੇਫੜੇ ਜਾਮ ਹੋ ਜਾਣ। ਉਹ ਤਾਂ ਫਿਰ ਹਸਪੀਟਲ ਦਾ ਇੱਕ ਦਿਨ ਦਾ ਖਰਚਾ ਕਿੰਨਾ, ਉਹ $5,000 ਦੱਸਦੇ ਹੁੰਦੇ ਕਈ ਵਾਰੀ, ਹਨਾ। ਬਿਲਕੁਲ। ਤੇ ਜੇ ਤੁਹਾਨੂੰ 5 ਰੱਖਣ ਦਿਨ ਪੈ ਗਿਆ, ਕੱਲ ਡਾਕਟਰ ਨਵੀਦ ਦੱਸ ਰਹੇ ਸੀ ਵੀ 5 ਦਿਨ 6 ਦਿਨ ਤਾਂ ਰੱਖਣਾ ਹੀ ਪੈਂਦਾ ਇੱਕ ਜੇ ਕੋਵਿਡ ਦਾ ਪੇਸ਼ੈਂਟ ਆ ਜੇ, ਤੇ 25-26 ਇੱਕ ਬੰਦੇ ਤੇ ਲੱਗ ਗਿਆ ਹੈ। ਤੇ ਵੈਕਸੀਨ ਅਸੀਂ ਜਾਣੀ ਲਵਾਉਣ ਨੂੰ ਤਿਆਰ ਨਹੀਂ, ਪਰ ਫਿਰ ਵੀ ਚਲੋ 1.5 ਲੱਖ ਦੇ ਕਰੀਬ ਲੋਕ ਡੇਲੀ ਬੇਸਿਸ ਤੇ ਲਵਾ ਰਹੇ ਆ, ਕਿਉਂਕਿ ਵੈਕਸੀਨੇਸ਼ਨ ਲੋਕੇਸ਼ਨ ਵੀ ਇੰਨੀਆਂ ਜ਼ਿਆਦਾ ਆ। ਗੁੱਡ ਥਿੰਗ ਆ ਵੀ ਹਰ ਜਗ੍ਹਾ ਤੇ ਰਸ਼ ਨਹੀਂ ਹੈਗਾ, ਮਤਲਬ ਕਿ ਲੋਕ ਲਗਾ ਤਾਂ ਰਹੇ ਆ। ਬਿਲਕੁਲ। ਪਰ ਸਰਕਾਰ ਨੇ ਪ੍ਰਬੰਧ ਹੀ ਇੰਨੇ ਜਾਣੀ ਕਿ ਵੱਡੇ ਪੱਧਰ ਤੇ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਗ੍ਹਾ ਜਗ੍ਹਾ ਤੇ ਟੀਕੇ ਜਿਹੜਾ ਲਾਉਣ ਦੀ ਵਿਵਸਥਾ ਆ, ਹਨਾ ਜੀ। ਤੁਸੀਂ ਫਾਰਮੇਸੀ ਜਾ ਸਕਦੇ ਆ, ਤੁਸੀਂ ਆ ਜਿਹੜੇ ਮਾਸ ਵੈਕਸੀਨੇਸ਼ਨ ਕਲੀਨਿਕ ਆ ਉਹਨਾਂ ਵਿੱਚ ਜਾ ਸਕਦੇ ਆ, ਹੋਰ ਤਰ੍ਹਾਂ ਦੀਆਂ ਜਗ੍ਹਾ ਹੈਗੀਆਂ ਆ, ਆਪਣੇ ਡਾਕਟਰਸ ਕੋਲ ਜਾ ਸਕਦੇ ਹੋ। ਸੋ ਕੁੱਲ ਮਿਲਾ ਕੇ ਵੈਕਸੀਨੇਟ ਲੋਕ ਹੋ ਤਾਂ ਰਹੇ ਆ, ਪਰ ਕਿਉਂਕਿ ਹੁਣ 1.25 ਸਾਲ ਹੋ ਵੀ ਗਿਆ, ਉਹਨਾਂ ਰਸ਼ ਨਹੀਂ ਪੈਣਾ ਜਿੰਨਾ ਆਪਾਂ ਸੋਚਦੇ ਆ। ਪਰ ਇਹ ਜਿਹੜਾ ਜਿੰਨਾ ਚਿਰ ਲੱਗ ਰਿਹਾ ਵੀ 3rd ਡੋਜ਼ ਆ ਜਿਹੜੀ ਆ ਨਾ ਜੀ, ਵੀ ਉਹਦੇ ਲਈ ਹੁਣ ਹੌਲੀ ਹੌਲੀ ਐਲੀਜੀਬਲ ਹੁੰਦੇ ਜਾਣਾ। ਬਾਕੀ ਸਾਰੇ 18+ ਜਾਂ ਫਿਰ 50+ ਤੇ ਇਸ ਵੇਲੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਜੀ। ਕੁੱਲ ਮਿਲਾ ਕੇ ਉਹ ਤਾਂ ਉਹ ਵੀ ਕਹਿੰਦੇ ਵੀ ਇਸ ਵੇਲੇ ਉੱਥੇ ਜਾ ਕੇ ਸੋਚਣ ਦੀ ਲੋੜ ਨਹੀਂ ਵੀ ਮੈਨੂੰ ਫਾਈਜ਼ਰ ਦਿੰਦੇ ਹੋ ਕਿ ਮੋਡਰਨਾ ਦਿੰਦੇ ਹੋ। ਸੋ ਦੋਨੋਂ ਜਾਣੀ ਕਿ ਵੈਕਸੀਨ ਇੱਕੋ ਜਿਹੀਆਂ ਅਵੇਲੇਬਲ ਹੋਵੇ ਜੀ, ਤੁਸੀਂ ਲਵਾ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। 9058131320 905-813-1320। ਅਗਲੀ ਖਬਰ ਜੌਹਰ ਸਾਹਿਬ ਕਾਫੀ ਡਰਾਉਣੀ ਵੀ ਹੈ, ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਵਾਸਤੇ ਇੱਕ ਥੋੜਾ ਝਟਕਾ ਲੱਗੇਗਾ। 3 ਕਰੀਅਰ ਕਾਲਜਸ ਨੇ ਫਾਈਲ ਕੀਤਾ ਜੀ ਕੁਆਰੰਟਾਈਨ ਪ੍ਰੋਟੈਕਸ਼ਨ ਇਨ ਕਿਊਬੈਕ ਦੇ ਵਿੱਚ, ਐਂਡ ਇਸ ਦੇ ਵਿੱਚ ਓਵਰ 1000 ਇੰਟਰਨੈਸ਼ਨਲ ਸਟੂਡੈਂਟ ਸਟਕ ਨੇ ਐਂਡ ਅਨਸਰਟਨ ਨੇ ਕਿ ਉਹਨਾਂ ਦਾ ਭਵਿੱਖ ਕਿੱਥੇ ਉਹਨਾਂ ਨੂੰ ਲੈ ਕੇ ਜਾਵੇਗਾ। ਹਰਸ਼, ਮਤਲਬ ਇਸ ਹੁਣ ਘਟਨਾ ਤੋਂ ਇਹੀ ਲੱਗ ਰਿਹਾ ਵੀ ਜਾਣੀ ਇਹ ਐਜੂਕੇਸ਼ਨ ਦੇ ਨਾਂ ਤੇ ਕਿੱਡਾ ਵੱਡਾ ਕਾਰੋਬਾਰ ਜਾਂ ਧੰਦਾ ਵੀ ਕਿਹਾ ਜਾ ਸਕਦਾ ਵੀ ਇਹ ਚੱਲ ਰਿਹਾ ਹੈ। ਕਰੈਕਟ। ਤੇ ਇਹ ਇੱਕ ਤੇ M ਕਾਲਜ ਦਾ ਨਾਂ ਆਇਆ ਮੌਂਟਰੀਅਲ ਦੇ ਵਿੱਚ, ਇੱਕ CDE ਕਾਲਜ ਦਾ ਨਾਂ ਉੱਥੇ ਮੌਂਟਰੀਅਲ ਦੇ ਨੇੜੇ ਹੀ ਹੈ ਸ਼ੈਰਬਰੁਕ ਦੇ ਵਿੱਚ। ਇਹਦੇ ਨਾਲ ਹੀ ਫਿਰ CCSQ ਜਿਨ੍ਹਾਂ ਦੇ ਕੇ ਜਾਣੀ ਕੈਂਪਸਸ ਉੱਥੇ 2 ਆ, ਮੌਂਟਰੀਅਲ ਦੇ ਆਸ-ਪਾਸ ਹੀ ਲੰਗੋਇਲ ਦੇ ਵਿੱਚ ਤੇ ਸ਼ੈਰਬਰੁਕ ਦੇ ਵਿੱਚ ਵੀ। ਤੇ ਜਾਣੀ ਕਿ ਇਹ ਹੁਣ ਲਗਭਗ ਕੋਰਟ ਡਾਕੂਮੈਂਟਸ ਦੇ ਮੁਤਾਬਕ ਹੀ ਆ ਵੀ 1117 ਸਟੂਡੈਂਟਸ ਆ ਜਿਹੜੇ ਵੀ ਉਹ ਇਹਦੇ ਨਾਲ ਅਫੈਕਟ ਹੋਏ ਹੋ ਸਕਦੇ ਆ, ਜਿਨ੍ਹਾਂ ਨੇ ਕਿ ਟਿਊਸ਼ਨ ਫੀ ਇਹਨਾਂ ਨੂੰ ਦਿੱਤੀ ਹੋਈ ਸੀ ਤੇ ਇੱਥੇ ਪੜ੍ਹ ਰਹੇ ਸੀ ਜਾਂ ਪੜ੍ਹਨਾ ਚਾਹੁੰਦੇ ਸੀਗੇ। ਤੇ ਇਹਨਾਂ 1117 ਦੇ ਵਿੱਚ ਓਵਰ 95% ਜਾਣੀ ਕਿ 95% ਤੋਂ ਵੀ ਜ਼ਿਆਦਾ ਇੰਡੀਆ ਤੋਂ ਸਟੂਡੈਂਟ ਹੈਗੇ ਆ। ਤੇ ਇੰਡੀਆ ਤੋਂ ਸਟੂਡੈਂਟ ਲੜਕੇ ਲੜਕੀਆਂ ਕਿੱਥੋਂ ਆਉਂਦੇ ਜ਼ਿਆਦਾ ਉਹ ਆਪਾਂ ਨੂੰ ਭੁਲੇਖਾ ਨਹੀਂ ਹੈਗਾ ਵੀ ਪੰਜਾਬ ਤੋਂ ਹੀ, ਵੀ ਪੰਜਾਬ ਤੋਂ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਇੱਧਰ ਨੂੰ ਉਹਨਾਂ ਦਾ ਇੰਟਰਸਟ ਹੈਗਾ ਜੀ ਜੀ ਜੀ। ਸੋ ਕੁੱਲ ਮਿਲਾ ਕੇ ਵੀ ਹੁਣ ਪਰਪਜ਼ ਐਜੂਕੇਸ਼ਨ ਹੈ ਕਿ ਨਹੀਂ, ਉਹ ਤੇ ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਆ ਵੀ ਇਹ ਸਟੱਡੀ ਪਰਮਿਟ ਬੰਦ ਕਰਕੇ ਵਰਕ ਪਰਮਿਟ ਖੋਲ ਕੇ ਦੇਖੋ ਤੇ ਫਿਰ ਦੇਖਾਂਗੇ ਵੀ ਕਿੰਨੇ ਇਹਦੇ ਬਾਵਜੂਦ ਵੀ ਫਿਰ ਸਟੱਡੀ ਜਿਹੜੇ ਪਰਮਿਟ ਆ ਉਹ ਅਪਲਾਈ ਹੁੰਦੇ ਆ। ਸੋ ਭਾਵੇਂ ਕਿ ਜਾਣੀ ਕਿ ਹੋਰ ਕੋਈ ਰਾਹ ਜਿਹੜਾ ਉਹ ਨਾ ਹੋਣ ਕਰਕੇ ਮਾਸਟਰਸ ਦਾ ਇੰਟਰਸਟ ਇਸ ਵੇਲੇ ਸਟੱਡੀ ਪਰਮਿਟ ਦੇ ਵਿੱਚ ਹੀ ਹੈ। ਤੇ ਇਹ ਗਵਰਨਮੈਂਟਸ ਜਿਹੜੀਆਂ ਭਾਵੇਂ ਪ੍ਰੋਵਿੰਸ਼ੀਅਲ ਹੋਣ ਜਾਂ ਫੈਡਰਲ ਹੋਣ, ਲੱਗ ਰਿਹਾ ਵੀ ਉਹਨਾਂ ਨੇ ਵੀ ਇਸ ਸਭ ਕੁਝ ਨੂੰ ਜਾਣੀ ਕਿ ਇੱਕ ਕਾਰੋਬਾਰ ਦੇ ਤੌਰ ਤੇ ਹੀ ਆਪਣੀ ਇਨਕਮ ਜਨਰੇਟ ਕਰਨ ਵਾਸਤੇ ਡਿਵੈਲਪ ਕਰ ਲਿਆ ਹੋਇਆ। ਪਰ ਕਿਉਂਕਿ ਵੀ ਹੁਣ ਇਹ ਤਿੰਨੇ ਹੀ ਕਾਲਜ ਜਿਹੜੇ ਬੈਂਕਰਪਟ ਹੋਏ ਆ, ਆਪਾਂ ਕਹਿ ਸਕਦੇ ਵੀ ਦਿਵਾਲੀਆ ਨਿਕਲਿਆ ਅਰਸ਼,
ਇਹ ਉਹ ਆ ਕਿ ਵੀ ਜਿਹੜੇ ਪਬਲਿਕਲੀ ਫੰਡਡ ਨਹੀਂ ਸੀਗੇ, ਸੋ ਸਰਕਾਰ ਤੋਂ ਕੋਈ ਸਹਾਇਤਾ ਇਹਨਾਂ ਨੂੰ ਨਹੀਂ ਸੀ ਮਿਲਦੀ, ਕਿਸੇ ਆਮ ਬਿਜ਼ਨਸ, ਆਮ ਦੁਕਾਨ ਵਾਂਗੂ ਇਹ ਪ੍ਰਾਈਵੇਟ ਬਿਜ਼ਨਸ ਸੀਗੇ, ਕੈਰੀਅਰ ਕਾਲਜ ਸੀਗੇ। ਤੇ ਜਿਹੜੇ ਕੈਰੀਅਰ ਕਾਲਜ ਹੁੰਦੇ ਆ ਉਹ ਪ੍ਰੋਵਿੰਸ਼ਲੀ ਰੈਗੂਲੇਟਡ ਹੁੰਦੇ ਆ, ਤੇ ਉਹਨਾਂ ਦਾ ਜਿਹੜਾ ਸਾਰਾ ਖਰਚਾ ਆ ਆਪਣੇ ਸਟੂਡੈਂਟਸ ਦੀਆਂ ਫੀਸਾਂ ਦੇ ਸਿਰ ਤੇ ਹੀ ਪੂਰਾ ਹੁੰਦਾ, ਜਿੰਨੀ ਵੀ ਉਹਦੇ ਤੋਂ ਇਨਕਮ ਜਨਰੇਟ ਕਰਨ। ਇਹਦੇ ਨਾਲ ਹੀ ਵੀ ਜਾਣੀ ਇਹ ਜਿਹੜਾ ਧੰਦਾ ਚਮਕ ਰਿਹਾ, ਜਾਣੀ ਕਿ ਐਜੂਕੇਸ਼ਨ ਦੇ ਨਾਂ ਤੇ ਇਹ ਸਕੂਲ ਕਾਲਜ ਖੋਲ ਕੇ ਤੇ ਉਹਦੇ ਵਿੱਚ ਕਈ ਜਿਹੜੀਆਂ ਰਿਕਰੂਟਿੰਗ ਕੰਪਨੀਆਂ ਉੱਠੀਆਂ ਹੋਈਆਂ ਨੇ, ਜਾਂ ਫਿਰ ਇਹ ਕਾਲਜਸ ਦੇ ਵੱਲੋਂ ਜਾਣੀ ਕਿ ਉਹਨਾਂ ਨੂੰ ਹਾਇਰ ਕੀਤਾ ਗਿਆ ਹੁੰਦਾ, ਜਾਂ ਆਪਣੀਆਂ ਹੀ ਗਾਂ ਖੋਲੀਆਂ ਗਈਆਂ ਹੁੰਦੀਆਂ, ਕਿਉਂਕਿ ਜਿੰਨੇ ਇਹ ਤਿੰਨੇ ਕਾਲਜ ਜਿਹੜੇ ਹੁਣ ਬੈਂਕਰਪਟ ਦਿਵਾਲੀਆ ਨਿਕਲਿਆ, ਇਹ ਇੱਕੋ ਹੀ ਟੱਬਰ ਦੇ ਸੀਗੇ ਜੀ ਉੱਥੇ ਬਣਾਏ ਹੋਏ, ਇੱਕੋ ਹੀ ਟੱਬਰ ਦੇ, ਹਨਾ। ਤੇ ਇਹ ਟੱਬਰ ਜਾਣੀ ਪਹਿਲਾਂ ਵੀ ਕਿਸੇ ਹੋਰ ਲੀਗਲ ਐਕਸ਼ਨ ਦੇ ਵਿੱਚ ਏਦਾਂ ਬਈ ਇੱਕ ਹੋਰ ਲੈਸਟਰ ਬੀ ਪੀਅਰਸਨ ਕਾਲਜੀਏਟ ਖੋਲ ਕੇ ਤੇ ਉਹਦੇ ਵਿੱਚ ਵੀ ਕੁਝ ਹੇਰਾ ਫੇਰੀਆਂ ਏਦਾਂ ਵੀ ਸਟੱਡੀ ਪਰਮਿਟ ਫੈਸਿਲੀਟੇਟ ਕਰਨ ਦੇ ਸਿਲਸਿਲੇ ਦੇ ਵਿੱਚ ਪਹਿਲਾਂ ਵੀ ਕੋਰਟ ਦੇ ਕੇਸ ਦਾ ਸਾਹਮਣਾ ਆਇਆ ਇਹਨਾਂ ਨੂੰ ਜੀ, ਉਹਦਾ ਫੈਸਲਾ ਵੀ ਅਜੇ ਹੋਣਾ ਆ। ਸੋ ਹੁਣ ਜਾਣੀ ਕਿ ਕੁੱਲ ਮਿਲਾ ਕੇ ਬੜੀ ਇਹ ਤਰਾਸਦੀ ਦੇ ਵਿੱਚੋਂ ਇਹ 1117 ਸਟੂਡੈਂਟਸ ਆ ਵੀ ਜਿਨ੍ਹਾਂ ਦੇ ਪੈਸੇ ਮਰ ਗਏ ਆ। ਤੁਸੀਂ ਦੇਖੋ ਵੀ ਇਹ ਜਿਹੜੀ ਇਸ ਤਰ੍ਹਾਂ ਦੀ ਪ੍ਰੋਟੈਕਸ਼ਨ ਕੋਰਟ ਦੇ ਵਿੱਚ ਉਹੀ ਬਿਜ਼ਨਸ ਲੈ ਸਕਦਾ ਅਰਸ਼ ਜਿਨ੍ਹਾਂ ਦੀ ਦੇਣਦਾਰੀ $5 ਮਿਲੀਅਨ ਤੋਂ ਵੱਧ ਹੋਵੇ ਜੀ, ਹਨਾ। ਤੇ ਇਹਨਾਂ ਨੇ ਜਾਣੀ ਕੋਰਟ ਦੇ ਵਿੱਚ ਦਿਖਾਈ ਆ ਵੀ $6.5 ਮਿਲੀਅਨ ਜਿਹੜੇ ਆ ਜੀ ਵੀ ਅਰਾਊਂਡ ਉਹ ਫਿਗਰ ਹੈਗੀ ਆ। ਪਰ ਜੇ ਦੇਖਿਆ ਜਾਵੇ ਵੀ ਇੱਕ ਸਟੂਡੈਂਟ ਆ ਜਿਹੜਾ 2 ਸਾਲ ਦਾ ਕੋਰਸ ਆਮ ਤੌਰ ਤੇ ਉਹਨਾਂ ਨੂੰ ਲੈਣਾ ਹੁੰਦਾ, ਸਾਲ ਦੇ ਕੋਰਸ ਲਈ $30,000 ਦੇ ਆਸ-ਪਾਸ ਜਿਹੜੀ ਇਹ ਟਿਊਸ਼ਨ ਫੀ ਬਾਕੀ ਸਾਰੇ ਰਲਾ ਕੇ ਉਹਨਾਂ ਨੂੰ ਦੇਣਾ ਪੈਂਦਾ ਆਪਣਾ ਫੀਸ ਦੇ ਤੌਰ ਤੇ ਸਾਰੇ ਖਰਚੇ, $14-15,000 ਪਰ ਈਅਰ ਬਣ ਜਾਂਦਾ। ਸੋ ਇੱਕ ਸਟੂਡੈਂਟ ਨੇ ਜੇ $14-15,000 ਦਿੱਤਾ, ਉਹਨੂੰ ਜਿਹੜਾ 1100 ਤੇ ਗੁਣਾ ਕਰੋ ਵੀ ਇਹ ਕਿੰਨੀ ਵੱਡੀ ਰਕਮ ਬਣਦੀ ਆ, ਹਨਾ ਜੀ। ਬਿਲਕੁਲ ਬਿਲਕੁਲ। ਉਸ ਲਿਹਾਜ਼ ਨਾਲ ਇਹ ਠੱਗੀ ਤੰਤਰ ਆ ਜਿਹੜਾ ਜੀ ਵੀ ਇਹ ਉਹਦਾ ਇੱਕ ਬਹੁਤ ਘਿਨਾਉਣਾ ਚਿਹਰਾ ਆ ਜੋ ਇਹ ਸਿਚੁਏਸ਼ਨ ਸਾਹਮਣੇ ਆਈ ਆ ਵੀ ਇੱਕ ਟੱਬਰ ਨੇ ਇਹ ਸਭ ਕੁਝ ਸਥਾਪਿਤ ਕਰਕੇ ਏਦਾਂ ਕੀਤਾ। ਪਰ ਦੂਸਰੇ ਪਾਸੇ ਇਹ ਆ ਜੀ ਵੀ ਕਾਫੀ ਪ੍ਰਚਾਰ ਤਾਂ ਕੀਤਾ ਜਾਂਦਾ ਕਿ ਐਡਮਿਸ਼ਨ ਲੈਣ ਲੱਗਿਆ ਫੂਕ ਕੇ ਕਦਮ ਜਿਹੜਾ ਪਰਿਵਾਰਾਂ ਨੂੰ ਰੱਖਣਾ ਚਾਹੀਦਾ। ਬਿਲਕੁਲ। ਪਰ ਉਸ ਵੇਲੇ ਗੱਲਾਂ ਜਿਹੜੀਆਂ ਸਿਰਫ ਉਹ ਕਰੋ ਵੀ ਸਬਜ਼ ਬਾਗ ਦਿਖਾਉਣ ਵਾਲੇ ਏਜੰਟਣੀਆਂ ਠੱਗਣੀਆਂ ਦੇਸ਼ ਵਿਦੇਸ਼ਾਂ ਦੇ ਵਿੱਚ ਆ, ਉਹਨਾਂ ਦੀ ਗੱਲ ਜ਼ਿਆਦਾ ਧਿਆਨ ਨਾਲ ਸੁਣੀ ਜਾਂਦੀ ਆ ਜੀ। ਆਮ ਤੌਰ ਤੇ ਜਾਣੀ ਕਿ ਇਹ ਏਜੰਟਣੀਆਂ ਜਿਹੜੇ ਰਿਕਰੂਟਿੰਗ ਕਰਨ ਵਾਲੇ ਆਮ ਤੌਰ ਤੇ ਉਹਨਾਂ ਤੇ ਦੋਸ਼ ਲੱਗਦਾ ਵੀ ਉਹਨਾਂ ਨੇ ਜਿਹੜਾ ਸਟੂਡੈਂਟ ਬੱਚੀ ਜਿਹਨੇ ਆਉਣਾ ਆ ਉਹਦਾ ਬੈਸਟ ਇੰਟਰਸਟ ਨਹੀਂ ਦੇਖਣਾ, ਇਹਨਾਂ ਨੇ ਐਡਮਿਸ਼ਨ ਉਹਨਾਂ ਨੂੰ ਉੱਥੇ ਲੈ ਕੇ ਦੇਣੀ ਆ ਜਿੱਥੇ ਇਹਨਾਂ ਨੂੰ ਸਭ ਤੋਂ ਵੱਧ ਕਮਿਸ਼ਨ ਮਿਲਦਾ ਆ, ਠੀਕ ਆ। ਸੋ ਇਹਨਾਂ ਨੇ ਜਾਣੀ ਕਿ ਉਸ ਇੰਸਟੀਟਿਊਸ਼ਨ ਨੂੰ ਵੱਧ ਪ੍ਰਚਾਰਨਾ ਹੁੰਦਾ ਜਿੱਥੋਂ ਇਹਨਾਂ ਨੂੰ ਵੱਧ ਕਮਿਸ਼ਨ ਵਿੱਚੋਂ ਮਿਲਣਾ ਹੋਵੇ। ਸੋ ਇਸ ਲਿਹਾਜ਼ ਨਾਲ ਇਹ ਜਿਹੜੀਆਂ ਹਰ ਇੱਕ ਵਿਅਕਤੀ ਆਪਣੇ ਖੀਸੇ ਭਰਨ ਦੇ ਲਈ ਜਿਹੜਾ ਜੀ ਪੇ ਲੁੱਟਮਾਰ ਦਾ ਧੰਦਾ ਆ ਜੀ, ਇਸ ਤਰੀਕੇ ਦੇ ਨਾਲ ਇਹਦਾ ਅੰਤ ਜਿਹੜਾ ਜੀ ਵੀ ਹਾਲ ਦੀ ਘੜੀ ਹੁੰਦਾ ਨਜ਼ਰ ਆ ਰਿਹਾ ਵੀ ਇਹ ਬੈਂਕਰਪਸੀਆਂ ਕਾਲਜਸ ਦੀਆਂ ਹੋਈਆਂ ਜੀ, ਉਹ ਇਸ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਜੀ। ਇਹ ਕੈਨੇਡਾ ਦੇ ਨਾਂ ਤੇ ਵੀ ਵੱਡਾ ਧੱਬਾ ਆ ਦੇਸ਼ ਵਿਦੇਸ਼ਾਂ ਦੇ ਵਿੱਚ। ਜੋਲ ਸਾਹਿਬ, ਆਓ ਫਿਰ ਸਟਿਲ ਆਪਾਂ ਕਿਊਬੈਕ ਦੇ ਵਿੱਚ ਹੀ ਰਹਿੰਦੇ ਹਾਂ ਜੀ। ਕਿਊਬੈਕ ਦੇ ਵਿੱਚ ਹਾਲੇ ਕਮੇਟੀ ਬਹਿ ਰਹੀ ਹੈ, ਰਿਵਿਊ ਕਰ ਰਹੀ ਹੈ ਕਿ ਜਿਹੜਾ ਤੀਜਾ ਡੋਜ਼ ਹੈ ਜਿਸਨੂੰ ਅਸੀਂ ਬੂਸਟਰ ਸ਼ਾਟ ਕਹਿੰਦੇ ਆ ਉਹਨੂੰ ਮੇਬੀ ਸੂਨ ਐਜ਼ ਅ ਰਿਕੁਆਇਰਮੈਂਟ ਐਲਾਨ ਕੀਤਾ ਜਾਵੇ। ਹਰਸ਼, ਇਸ ਤਰ੍ਹਾਂ ਆਪਾਂ ਦੇਖਿਆ ਵੀ ਕਿਊਬੈਕ ਦੀ ਜਿਹੜੀ ਗਵਰਨਮੈਂਟ ਹੈ ਫਰਾਂਸਵਾ ਲੀਗਾਲਟ ਦੀ ਵੀ ਉਹ ਕਾਫੀ ਸਖਤ ਸਟੈਪ ਆ ਜਿਹੜੇ ਜੀ ਉਹ ਲੈਂਦੇ ਨੇ। ਇਹ ਵੀ ਵੈਕਸੀਨੇਸ਼ਨ ਜਿਹੜਾ ਜੀ ਵੀ ਲੋਕਾਂ ਨੂੰ ਉਹਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਵੀ, ਅਵੇਅਰ ਕਰਨ ਦੇ ਲਈ ਵੀ, ਮੋਟੀਵੇਟ ਕਰਨ ਦੇ ਲਈ ਵੀ, ਤੇ ਜਾਂ ਕਹਿ ਲਓ ਵੀ ਹੁਣ ਅਖੀਰ ਤੇ ਆ ਕੇ ਮਜਬੂਰ ਕਰਨ ਦੇ ਲਈ ਵੀ ਜੀ। ਸੋ ਵੀ ਹੁਣ ਇਹ ਸਿਚੁਏਸ਼ਨ ਆ ਵੀ ਜਿਹੜੀ ਇਹ 3rd ਡੋਜ਼ ਆ ਹਾਲੇ ਤੱਕ ਜਿਹੜੀ ਇਹ ਕੈਨੇਡਾ ਦੇ ਵਿੱਚ ਫੁੱਲੀ ਵੈਕਸੀਨੇਸ਼ਨ ਦੀ ਡੈਫੀਨੇਸ਼ਨ ਆ ਕੋਵਿਡ ਤੋਂ, ਇਹ ਜਿਹਨੇ 2 ਡੋਜ਼ ਲਵਾ ਲਈਆਂ ਵੈਕਸੀਨ ਦੀਆਂ। ਪਰ ਹੁਣ ਕਿਉਂਕਿ ਜਿਹੜੀ ਇਹ 3rd ਡੋਜ਼ ਆ ਇਹ ਰੈਕਮੈਂਡ ਕੀਤੀ ਜਾ ਚੁੱਕੀ ਹੈ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਵਾਸਤੇ ਜੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਸਕਸ਼ਨ ਚੱਲੀ ਹੋਈ ਹੈ ਇੱਥੇ ਕਿਊਬੈਕ ਦੇ ਵਿੱਚ ਵੀ, ਓਨਟਾਰੀਓ ਦੇ ਵਿੱਚ ਵੀ, ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਵੀ ਜਿਹੜੀ ਇਹ ਵੈਕਸੀਨੇਸ਼ਨ ਦੀ ਡੈਫੀਨੇਸ਼ਨ ਆ ਇਹ 3 ਡੋਜ਼ਸ ਕਰ ਦੇਣੀ ਚਾਹੀਦੀ ਆ ਵੀ ਜਿਹਨਾਂ ਨੇ 3 ਡੋਜ਼ ਲਵਾਈਆਂ ਨੇ ਉਹਨਾਂ ਨੂੰ ਵੈਕਸੀਨੇਟ ਹੋਏ ਜਿਹੜੇ ਲੋਕ ਆ ਉਹ ਮੰਨਿਆ ਜਾਣਾ ਚਾਹੀਦਾ। ਸੋ ਉਸ ਲਿਹਾਜ਼ ਨਾਲ ਕਿਊਬੈਕ ਦੇ ਵਿੱਚ ਆਲਰੇਡੀ ਇਹ ਅਫੀਸ਼ੀਅਲੀ ਪਤਾ ਲੱਗ ਰਿਹਾ ਵੀ ਰਿਵਿਊ ਹੋ ਰਿਹਾ। ਓਨਟਾਰੀਓ ਦੇ ਵਿੱਚ ਵੀ ਇਹ ਗੱਲ ਤਾਂ ਚੱਲੀ ਹੋਈ ਆ, ਪਰ ਕੱਲ੍ਹ ਵੀ ਆਪਣੇ ਜਿਹੜੇ ਚੀਫ ਮੈਡੀਕਲ ਆਫਿਸਰ ਹੈ ਕੀਰਨ ਮੂਰ ਉਹ ਇਹੀ ਕਹਿ ਰਹੇ ਸੀਗੇ ਵੀ ਅਸੀਂ ਡਾਟਾ ਇਹ ਸਭ ਕੁਛ ਰਿਵਿਊ ਕਰ ਰਹੇ ਹਾਂ, ਆਲ ਦੁਆਲ ਦੇ ਵਿੱਚ ਅਸੀਂ ਨਜ਼ਰ ਰੱਖ ਰਹੇ ਹਾਂ। ਪਰ ਹਾਲ ਦੀ ਘੜੀ ਜਿਹੜੀ ਸਾਡੀ ਇੱਥੇ ਓਨਟਾਰੀਓ ਦੇ ਵਿੱਚ ਇਹ ਫੁੱਲੀ ਵੈਕਸੀਨੇਸ਼ਨ ਦੀ ਡੈਫੀਨੇਸ਼ਨ ਹੈ ਇਹ 2 ਡੋਜ਼ਸ ਹੀ ਆ ਜੀ। ਤੇ ਲੇਕਿਨ ਕਿ ਡੋਜ਼ ਤਾਂ ਹੁਣ ਕਿਤੇ ਜਿਹੜਾ ਜੀ ਵੀ ਉਹ ਚੌਥੀ ਵੀ ਲਵਾਉਣ ਦੀ ਗੱਲ ਚੱਲੀ ਹੋਈ ਆ।
ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਰਿਹਾ ਕਿ ਬੈਂਕ ਦੇ ਵਿੱਚ ਇਸ ਬਾਰੇ ਜਿਹੜਾ ਜੀ ਕੋਈ ਨਾ ਕੋਈ ਫੈਸਲਾ ਉਹ ਸਰਕਾਰੀ ਤੌਰ ਤੇ ਸਾਹਮਣੇ ਆ ਸਕਦਾ ਜੀ। ਬਰੈਂਪਟਨ ਦੇ ਬਾਅਦ 'ਚ ਅਸੀਂ ਥੋੜਾ ਰੂਟ ਘੁਮਾ ਲਈਏ ਜੀ। ਅੱਜ 93 ਕੋਵਿਡ ਪੇਸ਼ੈਂਟਸ ਐਡਮਿਟ ਹੋਏ ਨੇ ਜੀ ਬਰੈਂਪਟਨ ਦੇ ਵਿੱਚ। ਕਾਫੀ ਹੈਵੀ ਅਲਾਰਮਿੰਗ ਨੰਬਰਸ ਨੇ ਜੀ। ਅੱਛਾ, ਇਹ ਦੇਖੋ ਕਿ ਆਪਾਂ ਗੱਲ ਕਰ ਰਹੇ ਸੀ ਡਾਕਟਰ ਤੇਜਿੰਦਰ ਕੌੜਾ ਉਹਨਾਂ ਦੇ ਨਾਲ। ਹਾਂਜੀ ਹਾਂਜੀ। ਉਹ ਕਹਿ ਰਹੇ ਸੀ ਅਸੀਂ ਅਰਜਨ ਕੇਅਰ ਸੈਂਟਰ 6 ਦਸੰਬਰ ਨੂੰ ਖੋਲ ਲਿਆ। ਫਿਰ ਆਪਾਂ ਨੂੰ ਪੁੱਛਿਆ ਸੀਗਾ ਵੀ ਜਿੱਦਾਂ ਕੋਵਿਡ ਦੀ ਸਿਚੁਏਸ਼ਨ ਆ ਕਿਤੇ ਫੀ ਨਾ ਬੰਦ ਕਰਕੇ ਬਹਿ ਜਾਓ, ਵੀ 1.5 ਸਾਲ ਬਾਅਦ ਮਸੀਂ ਤਾਂ ਖੋਲਿਆ। ਬਾਕੀ ਹੁਣ ਇਹ ਵਾਕਿਆ ਹੀ ਇਹ ਹੋਇਆ ਵੀ ਹੁਣ ਫਿਰ ਉਹ ਬੰਦ ਕਰਨਾ ਪੈ ਗਿਆ ਜੀ ਬਿਕਾਜ਼ ਆਫ ਕਿਤੇ ਸਟਾਫ ਨੂੰ ਫਿਰ ਹਸਪੀਟਲ ਵੱਲ ਨੂੰ ਰਵਾਨਾ ਕੀਤਾ ਆ ਜੀ। ਤੇ ਕੱਲ ਡਾਕਟਰ ਨਵੀਦ ਦੇ ਨਾਲ ਤੇ ਇਹ ਜਿਹੜੇ ਡਾਕਟਰ ਮੁਹੰਮਦ ਤੁਹਾਨੂੰ ਪਤਾ ਵੀ ਚੀਫ ਹੈ ਬਰੈਂਪਟਨ ਹਸਪੀਟਲ ਤੇ ਈਟੋਬੀਕੋ ਤੇ ਸਾਰੇ ਹੌਸਲਰ ਹੈਲਥ ਸਿਸਟਮ ਆ ਜਿਹੜਾ ਜੀ, ਤੇ ਉਹਦੇ ਨਾਲ ਹੀ ਫਿਰ ਡਾਕਟਰ ਤੇਜਿੰਦਰ ਕੌੜਾ ਵੀ ਸੀਗੇ। ਮੀਡੀਆ ਦੇ ਨਾਲ ਉਹਨਾਂ ਦਾ ਗਰੁੱਪ ਸੀਗਾ। ਉਹ ਨੂੰ ਦੱਸ ਰਹੇ ਸੀਗੇ ਜੀ ਵੀ ਇਸ ਵੇਲੇ ਜੋ ਸਿਚੁਏਸ਼ਨ ਆ ਉਹਦੇ ਕਰਕੇ ਜਿਹੜਾ ਸਾਰਾ ਅਸੀਂ ਇਸ ਤਰੀਕੇ ਨਾਲ ਡਿਪਲੋਏ ਕੀਤਾ ਹੋਇਆ ਵੀ ਕੋਵਿਡ ਤੋਂ ਜੋ ਪੇਸ਼ੈਂਟਸ ਆਉਂਦੇ ਨੇ ਉਹਨਾਂ ਦਾ ਵੱਧ ਤੋਂ ਵੱਧ ਖਿਆਲ ਰੱਖਿਆ ਜਾਵੇ। ਤੇ ਉਹਦੇ ਵਿੱਚ ਹੀ ਫਿਰ ਦੱਸਿਆ ਜਾ ਰਿਹਾ ਸੀਗਾ ਵੀ ਪਹਿਲਾਂ ਜਿੱਥੇ 10-12 ਦਿਨ ਰੱਖਣਾ ਪੈਂਦਾ ਸੀਗਾ ਪੇਸ਼ੈਂਟ ਕੋਵਿਡ ਦਾ, ਹੁਣ 5-6 ਦਿਨਾਂ ਤੱਕ ਜਿਹੜਾ ਜੀ ਵੀ ਉਹ ਰੱਖਣਾ ਪੈਂਦਾ ਜੀ। ਇਹਦੇ ਨਾਲ ਹੀ ਵੀ ਜਾਣੀ ਕਿ ਵੀ ਇਹ ਬਰੈਂਪਟਨ ਦੇ ਵਿੱਚ ਹੁਣ ਜਿਹੜੇ ਕੋਵਿਡ ਦੇ ਪੇਸ਼ੈਂਟ ਅੱਜ ਦੀ ਤਰੀਕ ਦੇ ਵਿੱਚ ਹੈਗੇ ਆ 93 ਆ, ਜਾਣੀ ਕਿ 93 ਪੇਸ਼ੈਂਟ ਕੋਵਿਡ ਤੋਂ ਦਾਖਲ ਨੇ। ਪਰ ਸ਼ਹਿਰ ਦੇ ਵਿੱਚ 3800 ਦੇ ਕਰੀਬ ਹਨ ਜਿਹੜੇ ਕਿ ਮਿਸਿਸਾਗਾ ਨਾਲੋਂ ਵੀ ਜ਼ਿਆਦਾ ਆ ਵੀ ਉਹ ਐਕਟਿਵ ਪੇਸ਼ੈਂਟ ਇਸ ਵੇਲੇ 3800 ਤੋਂ ਜ਼ਿਆਦਾ ਨੇ। ਪਰ ਹਸਪੀਟਲ ਦੇ ਜਿਹੜਾ ਨਾ ਹੈ ICU ਉੱਥੇ ਜਿਹਨਾਂ ਨੂੰ ਹੁਣ ਸਾਹ ਲੈਣ ਦੇ ਵਿੱਚ ਵੀ ਤਕਲੀਫ ਆ ਵੀ 24 ਘੰਟੇ ਨਿਗਰਾਨੀ ਰੱਖਣੀ ਪੈਣੀ ਆ, ਉਹ 10 ਪੇਸ਼ੈਂਟ ਹੈ। ਸੋ ਇੱਦਾਂ ਹੀ ਜੀ ਈਟੋਬੀਕੋ ਹਸਪੀਟਲ ਦੇ ਵਿੱਚ ਵੀ ਕਾਫੀ ਗਿਣਤੀ ਜਿਹੜੀ ਆ ਕੋਵਿਡ ਪੇਸ਼ੈਂਟਸ ਦੀ ਵਧੀ ਆ। ਹੁਣ 85 ਪੇਸ਼ੈਂਟ ਉੱਥੇ ਵੀ ਦਾਖਲ ਆ ਤੇ ਉੱਥੇ ਵੀ ICU ਦੇ ਵਿੱਚ 10 ਜਿਹੜੇ ਪੇਸ਼ੈਂਟ ਆ ਉਹ ਹਨ ਜਿਨ੍ਹਾਂ ਦਾ ਕਿ ਟ੍ਰੀਟਮੈਂਟ ਚੱਲ ਰਿਹਾ ਜੀ। ਸੋ ਕੁੱਲ ਮਿਲਾ ਕੇ ਹਜੇ ਇਹ ਨਹੀਂ ਦੱਸਿਆ ਜਾ ਸਕਿਆ ਵੀ ਅਰਜਨ ਕੇਅਰ ਸੈਂਟਰ ਪੀਲ ਮੈਮੋਰੀਅਲ ਦੇ ਵਿੱਚ ਦੁਬਾਰਾ ਕਦੋਂ ਖੁੱਲ੍ਹ ਜਾਊਗਾ। ਉਹ ਕਹਿੰਦੇ ਜੀ ਵੀ ਹਾਲ ਦੀ ਘੜੀ 30 ਜਨਵਰੀ ਤੱਕ ਬੰਦ ਕੀਤਾ, ਪਰ ਜਿਹੜੀਆਂ ਫੈਸਿਲਿਟੀਜ਼ ਉੱਥੇ ਮਿਲਦੀਆਂ ਸੀਗੀਆਂ ਉਹ ਬਰੈਂਪਟਨ ਤੇ ਈਟੋਬੀਕੋ ਹਸਪੀਟਲ ਦੇ ਵਿੱਚ ਵੀ ਹੈਗੀਆਂ। ਪਰ ਇਸ ਵੇਲੇ ਜਿਹੜਾ ਜੀ ਕੋਈ ਮਾੜੀ ਮੋਟੀ ਗੱਲ ਲੈ ਕੇ ਕਿਤੇ ਜਾਣ ਦੀ ਡਾਕਟਰ ਕੋਲ ਜਾਂ ਗੱਲ ਖਾਸ ਤੌਰ ਤੇ ਹਸਪੀਟਲ ਜਾਂ ਐਮਰਜੈਂਸੀ ਵਿੱਚ ਲੋੜ ਕੋਈ ਨਹੀਂ ਜੀ। ਤੇ ਉਹ ਆਪ ਹੀ ਦੱਸ ਰਹੇ ਵੀ ਅਸੀਂ ਜਿਹੜੀ ਤਰਜੀਹ ਹੈ ਇਸ ਵੇਲੇ ਕੋਵਿਡ ਦਾ ਜੋ ਵੀ ਸਿਚੁਏਸ਼ਨ ਆ ਉਹਨੂੰ ਕੰਟਰੋਲ ਕਰਨ ਨੂੰ ਦੇ ਰਹੇ ਹਾਂ। ਹੈਵੀ ਸਨੋਫਾਲ ਐਕਸਪੈਕਟਡ ਹੈ ਜੀ ਸੰਡੇ ਨੂੰ ਐਂਡ ਮੰਡੇ ਨੂੰ ਜਿੱਥੇ ਬੱਚੇ ਸਕੂਲ ਜਾ ਰਹੇ ਨੇ ਉੱਥੇ ਰੱਬ ਵੀ ਕਿੱਦਾਂ ਦੀ ਕਰਿਸ਼ਮਾ ਪੇਸ਼ ਕਰ ਰਿਹਾ ਜੀ। ਸਕੂਲ ਬੱਸਿਸ ਵੀ ਕੈਂਸਲ ਹੋ ਸਕਦੇ ਨੇ ਇਨ ਸਮ ਰੀਜਨਸ। ਯੈਸ, ਇਸ ਤਰ੍ਹਾਂ ਵੀ ਦੇਖੋ ਇਹ ਹੁਣ ਅੱਜ ਆਪਾਂ ਦੇਖ ਰਹੇ ਹਾਂ ਕਿ ਧੁੱਪ ਲੱਗਣੀ ਹੈ GT ਏਰੀਆ ਦੇ ਵਿੱਚ ਤੇ ਕੱਲ ਨੂੰ ਵੀ ਕੋਈ ਬਹੁਤੀ ਜ਼ਿਆਦਾ ਬੱਦਲਵਾਈ ਆਕਾਸ਼ ਦੇ ਵਿੱਚ ਨਜ਼ਰ ਆਉਣ ਦੀ ਲੋੜ ਨਹੀਂ। ਪਰ ਐਤਵਾਰ ਨੂੰ ਸਿਚੁਏਸ਼ਨ ਆਫਟਰਨੂਨ ਦੇ ਵਿੱਚ ਖਾਸ ਤੌਰ ਤੇ ਵਿਗੜਨੀ ਸ਼ੁਰੂ ਹੋਣ ਦਾ ਅਨੁਮਾਨ ਹੈ ਜੀ, ਜਿਹਦੇ ਵਿੱਚ ਲੱਗ ਰਿਹਾ ਜੀ ਕਿ ਜਾਣੀ ਦੇਰ ਰਾਤ ਤੱਕ ਸਨੋਫਾਲ ਦੇ ਹੁੰਦਾ ਹੈ ਤੇ ਸੋਮਵਾਰ ਸਵੇਰੇ ਹੋ ਸਕਦਾ ਵੀ ਜਾਣੀ ਗਿੱਟੇ ਗਿੱਟੇ ਸਨੋ ਉੱਤੋਂ ਵੀ ਵੱਧ ਹੋਵੇ ਕਿਤੇ। ਅੱਛਾ, ਉਹ ਫਿਰ ਹੋ ਸਕਦਾ ਵੀ ਜਾਣੀ ਇੰਨੀ ਬਹੁਤ ਸਾਰੇ ਏਰੀਆਜ਼ ਦੇ ਵਿੱਚ ਸਨੋ ਪੈ ਜਾਵੇ ਵੀ ਉਹ ਜਿਹੜੀਆਂ ਸਕੂਲ ਬੱਸਾਂ ਸਵੇਰੇ ਚੱਲੇ ਹੀ ਨਾ ਸਕਣ। ਤੇ ਪਹਿਲਾ ਦਿਨ ਹੋਣਾ ਆ ਜਾਣੀ ਕਿ ਹੌਲੀਡੇ ਸੀਜ਼ਨ ਤੋਂ ਬਾਅਦ ਇਹ ਜਿਹੜੇ ਸਕੂਲ ਖੁੱਲ੍ਹਣੇ ਆ ਜੀ ਆ ਕੋਵਿਡ ਦੀ ਸਾਰੀ ਸਿਚੁਏਸ਼ਨ ਕਰਕੇ ਸਪੈਸ਼ਲ 2 ਹਫ਼ਤੇ ਵੀ ਬੰਦ ਰੱਖ ਲਈ। ਤੇ ਹੁਣ ਜਾਣੀ ਕਿ ਇਹ ਡੇ ਜਿਹੜਾ ਆਲ ਆਫ ਸਡਨ ਜਾਣੀ 17 ਜਨਵਰੀ ਸਕੂਲ ਖੁੱਲ੍ਹਣ ਦਾ ਆ ਵੀ ਜਿੱਥੇ ਇੰਨੇ ਦਿਨ ਬੰਦ ਰਿਹਾ ਇੱਕ ਦਿਨ ਹੋਰ ਭਾਵੇਂ ਬੰਦ ਰੱਖ ਲੈਣ। ਪਰ ਲੱਗ ਰਿਹਾ ਜੀ ਵੀ ਇਹ ਵੈਦਰ ਦੀ ਸਿਚੁਏਸ਼ਨ ਕਰਕੇ ਥੋੜ੍ਹੀ ਡਿਸਟਰਪਸ਼ਨ ਜਿਹੜੀ ਅੱਜ ਵੀ ਇਹ ਇਨ ਦਾ ਮਾਰਨਿੰਗ ਆਵਰਸ ਹੋ ਸਕਦੀ ਆ ਕਮਿਊਟ ਦੇ ਵਿੱਚ GTA ਦੇ ਵਿੱਚ ਸਨੋਫਾਲ ਕਰਕੇ। ਸੋ ਮੰਡੇ ਨੂੰ ਸਕੂਲ ਖੁੱਲ੍ਹਣੇ ਆ, ਉਸ ਕਰਕੇ ਪੇਰੈਂਟਸ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਥੋੜ੍ਹਾ ਅਲਰਟ ਵੀ ਰਹਿਣ ਦੀ ਲੋੜ ਹੈ। ਤੇ ਸਵੇਰੇ ਜਿਨ੍ਹਾਂ ਨੇ ਬੱਸਾਂ ਦੇ ਵਿੱਚ ਸਕੂਲ ਦੇ ਵਿੱਚ ਜਾਣਾ ਜੀ ਉਹ ਥੋੜ੍ਹਾ ਆਬਜ਼ਰਵ ਕਰਨਗੇ ਵੀ ਜਿਹੜੀਆਂ ਸਕੂਲ ਬੱਸ ਕੋਈ ਕੈਂਸਲੇਸ਼ਨ ਹੋਈ ਆ ਤੇ ਉਸ ਤਰੀਕੇ ਦੇ ਨਾਲ ਆਪਣਾ ਜਿਹੜਾ ਉਹ ਪ੍ਰਬੰਧ ਕਰਨਾ ਪਏਗਾ ਜੀ। ਪਰ ਹੁਣ ਕਿਤੇ ਕਿਤੇ ਆਵਾਜ਼ ਆ ਰਹੀ ਹੈ ਕਿ ਜੇ ਇੰਨੇ ਦਿਨ ਬੰਦ ਰੱਖਿਆ ਸੀ ਤੇ ਸੋਮਵਾਰ ਦੀ ਬਜਾਏ ਮੰਗਲਵਾਰ ਹੀ ਖੋਲ ਲੈਣ ਭਾਵੇਂ। ਆਲਰਾਈਟ, ਜੌਲ ਸਾਹਿਬ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਵਿਊਜ਼ ਨਿਊਜ਼ ਗੱਲਾਂ ਬਾਤਾਂ ਵੀਡੀਓਜ਼ ਦੇ ਨਾਲ ਤਾਂ 4168953784 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਅਰਸ਼, ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਪਣੇ ਸਰੋਤਿਆਂ ਦਰਸ਼ਕਾਂ ਦਾ ਵੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਜੀ ਜੁੜੇ ਆ ਜਿਹੜੇ ਕਿ ਪਲ ਪਲ ਦੀ ਇਨਫੋਰਮੇਸ਼ਨ ਉਹਨਾਂ ਨੂੰ ਉਹਨਾਂ ਦੇ ਫੋਨ ਦੇ ਵਿੱਚ ਮਿਲ ਰਹੀ ਆ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਉਹ ਤੇ 2 ਭਾਸ਼ਾਵਾਂ ਵਿੱਚ ਭੇਜਦੇ ਆ, ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ। ਕੱਲ ਨੂੰ ਤਾਂ ਕਿ ਅਲਾਂਭਾ ਨਾ ਹੋਵੇ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਸਮਝ ਨਹੀਂ ਲੱਗੀ ਵਗੈਰਾ ਵਗੈਰਾ ਜੀ। ਹੁਣ ਜੇ ਕਿਸੇ ਨੇ ਖੋਲ ਕੇ ਪੜ੍ਹੀ ਆ ਤੇ ਬਹੁਤ ਬਹੁਤ ਧੰਨਵਾਦ। ਜੇ ਕਿਸੇ ਨੇ ਨਹੀਂ ਪੜ੍ਹਨੀ ਤਾਂ ਉਹ ਸਾਨੂੰ ਫੋਨ ਕਰਕੇ ਦੱਸ ਦੇਣ, ਫਿਰ ਅਸੀਂ ਉਹਨਾਂ ਨੂੰ ਦੱਸ ਵੀ ਦਿਆ ਕਰਾਂਗੇ ਫੋਨ ਕਰਕੇ ਜ਼ਰੂਰ ਪੜ੍ਹੋ ਜੀ। ਆਲਰਾਈਟ ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।